Hello, my dear students. I hope you are studying well. I am Mohit Dhingra. Welcome to CBC. ਸਟੂਡੈਂਟਸ ਅੱਜ ਆਪਾਂ ਡਿਸਕਸ ਕਰਾਂਗੇ ਆਪਣਾ ਪੰਜਾਬ ਪਟਵਾਰੀ ਸਟੈਟਿਕ ਜੀਕੇ ਪਾਰਟ 13। ਤਾਂ ਇਸ ਤੋਂ ਪਹਿਲਾਂ ਆਪਾਂ ਪਾਰਟ 12 ਤੱਕ ਡਿਸਕਸ ਕਰ ਚੁੱਕੇ ਹਾਂ। ਇਹਦੇ ਵਿੱਚ ਆਪਾਂ ਅਰਾਊਂਡ 400 ਟੂ 500 ਕੁਐਸਚਨਸ ਨੂੰ ਆਪਾਂ ਡਿਸਕਸ ਕਰ ਚੁੱਕੇ ਹਾਂ, ਹੈ ਨਾ। ਇੱਕ ਕੁਐਸਚਨ ਦੇ ਨਾਲ ਬਹੁਤ ਸਾਰੇ ਕੁਐਸਚਨਸ ਨੂੰ ਆਪਾਂ ਹੋਰ ਵੀ ਕ੍ਰੀਏਟ ਕੀਤਾ, ਹੈ ਨਾ, ਰਿਵੀਜ਼ਨ ਵੀ ਕੀਤੀ ਹੈ। ਦੈਨ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਨੂੰ ਆਪਾਂ ਪਾਰਟ 12 ਦੇ ਵਿੱਚ ਹਾਲੇ ਤੱਕ ਡਿਸਕਸ ਕਰ ਚੁੱਕੇ ਹਾਂ। ਆਈ ਹੋਪ ਤੁਸੀਂ ਉਹਨਾਂ ਵੀਡੀਓਜ਼ ਨੂੰ ਅੱਛੇ ਤਰੀਕੇ ਨਾਲ ਦੇਖ ਲਿਆ ਹੋਊਗਾ। ਤਾਂ ਸਟਾਰਟ ਕਰਾਂਗੇ ਜੀ ਅੱਜ ਦਾ ਆਪਣਾ ਵੀਡੀਓ। ਇਹਦੇ ਵਿੱਚ ਆਪਾਂ ਸਟੈਟਿਕ ਜੀਕੇ ਪਾਰਟ 13 ਨੂੰ ਡਿਸਕਸ ਕਰਾਂਗੇ। ਤਾਂ ਪਾਰਟ 13 ਦੇ ਡਿਸਕਸ਼ਨ ਤੋਂ ਪਹਿਲਾਂ ਅੱਜ ਆਪਾਂ ਥੋੜ੍ਹਾ ਕਰੰਟ ਅਫੇਅਰ ਨੂੰ ਡਿਸਕਸ ਕਰਦੇ ਹਾਂ। ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ, ਅੱਜ ਕਿੰਨੀ ਤਰੀਕ ਹੈ? 1 ਜੁਲਾਈ 2020। ਤਾਂ ਸਾਲ ਦਾ ਅੱਜ 7ਵਾਂ ਮਹੀਨਾ ਸਟਾਰਟ ਹੋ ਰਿਹਾ। 7ਵੇਂ ਮਹੀਨੇ ਦੀ ਅੱਜ ਪਹਿਲੀ ਡੇਟ ਹੈ ਨਾ, ਪਹਿਲਾ ਦਿਨ ਹੈ। ਤਾਂ 6 ਮਹੀਨੇ ਆਪਾਂ ਗੁਜ਼ਾਰ ਚੁੱਕੇ ਹਾਂ, ਵੇਸਟ ਕਰ ਹੀ ਚੁੱਕੇ ਹਾਂ, ਹੈ ਨਾ। ਤਾਂ ਆਪਾਂ ਜੇ ਆਪਾਂ ਚਾਹੀਏ ਤਾਂ ਬਿਲਕੁਲ ਆਪਣੀ ਤਿਆਰੀ 1 ਜੁਲਾਈ ਤੋਂ ਆਪਾਂ ਸਟਾਰਟ ਕਰ ਸਕਦੇ ਹਾਂ, ਬਿਲਕੁਲ ਨਵੇਂ ਤਰੀਕੇ ਨਾਲ, ਜਿਵੇਂ ਆਪਾਂ ਇੱਕ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਾਂ ਨਵਾਂ ਰੈਜ਼ੋਲਿਊਸ਼ਨ ਲੈ ਕੇ, ਹੈ ਨਾ। ਹੁਣ ਤਾਂ ਟਿਕਟੋਕਸ ਵੀ ਬੰਦ ਹੋ ਗਈਆਂ, ਟਿਕਟੋਕ ਬਣਾਉਣਾ ਵੀ ਆਈ ਹੋਪ ਤੁਸੀਂ ਬੰਦ ਕਰ ਹੀ ਦਿੱਤਾ, ਹੈ ਨਾ। ਹੁਣ ਤਾਂ ਉਹ ਵੀ ਚੀਜ਼ਾਂ ਨਹੀਂ ਕਰ ਸਕਦੇ ਬਹੁਤ ਚੰਗੇ ਤਰੀਕੇ ਨਾਲ ਜੋ ਆਪਾਂ 6 ਮਹੀਨੇ ਆਪਾਂ ਵੇਸਟ ਕੀਤੇ, ਹੈ ਨਾ। ਹੁਣ ਆਪਾਂ ਅਗਲੇ 6 ਮਹੀਨੇ ਨੂੰ ਆਪਾਂ ਚੰਗੇ ਤਰੀਕੇ ਨਾਲ ਯੂਟੀਲਾਈਜ਼ ਕਰੀਏ, ਕਿਉਂਕਿ ਆਉਣ ਵਾਲੇ ਹੁਣ ਮਹੀਨੇ ਹੈ, ਹੁਣ ਇਗਜ਼ਾਮਸ ਹੋਣੇ ਹੈ। ਅਨਲੌਕ 2 ਸਟਾਰਟ ਹੋ ਹੀ ਚੁੱਕਿਆ, ਹੈ ਨਾ। ਤਾਂ 2-3 ਮਹੀਨਿਆਂ ਦੇ ਵਿੱਚ ਬਹੁਤ ਇਗਜ਼ਾਮਸ ਹੋਣਗੇ। ਪਟਵਾਰੀ ਵੀ ਬਹੁਤ ਜਲਦੀ ਆਉਣ ਦੀ ਉਮੀਦ ਹੈ। ਅਤੇ ਦੂਸਰੇ ਬਾਕੀ ਪੰਜਾਬ ਸਰਕਾਰ ਨੇ ਹੋਰ ਵੀ ਘੋਸ਼ਣਾ ਕੀਤੀ ਹੈ ਵੀ ਬਾਕੀ ਹੋਰ ਇਗਜ਼ਾਮਸ ਵੀ ਆਪਣੇ ਡਿਪਾਰਟਮੈਂਟਸ ਦੇ ਵਿੱਚ, ਕਾਫੀ ਡਿਪਾਰਟਮੈਂਟਸ ਦੇ ਵਿੱਚ ਰੀਸੈਂਟਲੀ ਇਹਨਾਂ 'ਤੇ ਵੀ ਆਪਾਂ ਵੀਡੀਓ ਬਣਾਵਾਂਗੇ, ਤੁਹਾਨੂੰ ਇਨਫੋਰਮ ਕਰਾਂਗੇ, ਹੈ ਨਾ। ਤਾਂ ਬਹੁਤ ਜਲਦੀ ਹੋਰ ਪੋਸਟਾਂ ਵੀ ਆ ਰਹੀਆਂ, IBPS ਵੀ ਆ ਰਿਹਾ, ਹੈ ਨਾ। ਦੈਨ ਮਤਲਬ ਸਿਸਟਮ ਸਾਰਾ ਸ਼ੁਰੂ ਹੋ ਚੁੱਕਿਆ, ਤਾਂ ਆਪਾਂ ਵੀ ਆਪਣੀ ਤਿਆਰੀ ਸ਼ੁਰੂ ਕਰ ਸਕਦੇ ਹਾਂ। ਤਾਂ ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ 1 ਜੁਲਾਈ। 1 ਜੁਲਾਈ ਨੂੰ ਆਪਾਂ ਡੇ ਦੀ ਸ਼ੁਰੂਆਤ ਕਰਦੇ ਹਾਂ। ਅੱਜ ਕਿਹੜਾ ਡੇ ਹੈ? 1 ਜੁਲਾਈ ਨੂੰ ਮਨਾਇਆ ਜਾਂਦਾ ਹੈ ਨੈਸ਼ਨਲ ਚਾਰਟਰਡ ਅਕਾਊਂਟੈਂਟਸ ਡੇ। ਨੈਸ਼ਨਲ ਚਾਰਟਰਡ ਅਕਾਊਂਟੈਂਟਸ ਡੇ, CA ਡੇ। CA ਮਤਲਬ ਚਾਰਟਰਡ ਅਕਾਊਂਟੈਂਟਸ ਡੇ। ਇਹ ਮਨਾਇਆ ਜਾਂਦਾ। ਕਿਉਂ ਮਨਾਇਆ ਜਾਂਦਾ? ਬਿਕੋਜ਼ ਇਸ ਦਿਨ ਇੱਕ ਏਜੰਸੀ ਦੀ ਸਥਾਪਨਾ ਕੀਤੀ ਗਈ ਸੀ। ਉਹ ਸਥਾਪਨਾ ਹੈ ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ, ICAI। ਇਹਨੂੰ ਇਸਟੈਬਲਿਸ਼ ਕੀਤਾ ਗਿਆ ਸੀ ਆਪਣੇ ਪਾਰਲੀਮੈਂਟ ਵੱਲੋਂ 1949 ਦੇ ਵਿੱਚ। ਦੇਖੋ, ਚਾਰਟਰਡ ਅਕਾਊਂਟਸ ਦਾ ਕੰਮ ਇਹੀ ਹੁੰਦਾ ਹੈ ਵੀ ਆਪਣੇ ਅਕਾਊਂਟਸ ਕਰਨਾ, ਹੈ ਨਾ, ਅਕਾਊਂਟਿੰਗ ਪਰਪਸ, ਆਡਿਟਸ ਵਗੈਰਾ ਕਰਨਾ, ਇਹ ਸਾਰੇ ਕੰਮ ਹੁੰਦੇ। ICAI ਆਰਗੇਨਾਈਜੇਸ਼ਨ ਬਣਾਈ ਗਈ ਸੀ 1949 ਦੇ ਵਿੱਚ। ਆਪਣੇ ਵਰਲਡ ਦੀ ਸੈਕਿੰਡ ਬਿਗੇਸਟ ਆਰਗੇਨਾਈਜੇਸ਼ਨ ਹੈ ਅਕਾਊਂਟਿੰਗ ਪਰਪਸ ਲਈ। ਅਤੇ ਇਹਦੇ ਆਪਾਂ ਹੈੱਡਕੁਆਟਰਸ ਵੀ ਯਾਦ ਰੱਖ ਸਕਦੇ ਹਾਂ। ਹੈੱਡਕੁਆਟਰਸ ਇਹਦੇ ਨਿਊ ਦਿੱਲੀ ਦੇ ਵਿੱਚ। ਤਾਂ ਕਾਫੀ ਇੰਪੋਰਟੈਂਟ ਡੇ ਹੈ ਇੰਡੀਆ ਦੇ ਲਈ ਚਾਰਟਰਡ ਅਕਾਊਂਟੈਂਟਸ ਡੇ। ਇਹ ਯਾਦ ਰੱਖਣਾ ਕਦੋਂ ਸੈਲੀਬ੍ਰੇਟ ਹੁੰਦਾ ਹੈ? 1 ਜੁਲਾਈ। ਚਲੋ, ਤਾਂ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਫਸਟ ਕੁਐਸਚਨ ਹੈ ਜੀ, ਐਟ ਵਟ ਟੈਂਪਰੇਚਰ ਇਨ ਫਾਰਨਹਾਈਟ ਪਿਓਰ ਵਾਟਰ ਫਰੀਜ਼ਿਸ। ਦੇਖੋ, ਪਿਓਰ ਵਾਟਰ ਦੀ ਗੱਲ ਹੋ ਰਹੀ ਹੈ। ਪਿਓਰ ਵਾਟਰ ਜਿਹਦੇ ਵਿੱਚ ਕੋਈ ਸੈਲੀਨਿਟੀ ਨਹੀਂ ਹੁੰਦੀ, ਕੋਈ ਗੰਦਗੀ ਵਗੈਰਾ ਨਹੀਂ ਹੁੰਦੀ। ਕਹਿੰਦੇ ਉਹ ਜਿਹੜਾ ਪਾਣੀ ਹੈ ਕਿਹੜੇ ਟੈਂਪਰੇਚਰ ਦੇ ਵਿੱਚ ਫਰੀਜ਼ ਹੋ ਜਾਂਦਾ, ਜੰਮ ਜਾਂਦਾ। ਵੈਸੇ ਤਾਂ ਡਿਗਰੀ ਸੈਲਸੀਅਸ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ 0 ਡਿਗਰੀ ਸੈਲਸੀਅਸ, ਬਟ ਇਹਨਾਂ ਨੇ ਕੁਐਸਚਨ ਦੇ ਵਿੱਚ ਸਪੈਸ਼ਲੀ ਪੁੱਛ ਸਕਿਆ ਫਾਰਨਹਾਈਟ ਦੇ ਵਿੱਚ ਦੱਸਣਾ ਹੈ। ਤਾਂ ਆਪਣਾ ਆਨਸਰ ਹੋ ਜਾਊਗਾ ਇਹ ਆਪਸ਼ਨ 32 ਡਿਗਰੀ ਫਾਰਨਹਾਈਟ। ਤਾਂ 32 ਡਿਗਰੀ ਫਾਰਨਹਾਈਟ ਦੇ ਵਿੱਚ ਕੀ ਹੈ, ਜਿਹੜਾ ਪਿਓਰ ਵਾਟਰ ਆ ਉਹ ਫਰੀਜ਼ ਹੋ ਜਾਂਦਾ। ਠੀਕ ਹੈ, ਯਾਦ ਰੱਖਣਾ। ਅਤੇ ਵੈਸੇ ਟੈਂਪਰੇਚਰ ਦੇ ਆਪਾਂ ਨੂੰ ਯੂਨਿਟਸ ਪੁੱਛ ਲਏ ਜਾਂਦੇ ਆ। ਟੈਂਪਰੇਚਰ ਦੀ ਯੂਨਿਟਸ ਕੀ ਹੈ? ਸਾਇੰਸ ਦੇ ਵਿੱਚ ਕੁਐਸਚਨ ਆਉਂਦਾ ਹੈ। ਟੈਂਪਰੇਚਰ ਦੀ ਯੂਨਿਟਸ ਹੈ ਜੀ ਕੈਲਵਿਨ। ਵੈਰੀ ਇੰਪੋਰਟੈਂਟ, ਕੈਲਵਿਨ। 2 ਕੁਐਸਚਨ ਹੋਰ ਆਉਂਦੇ ਆਪਾਂ ਨੂੰ ਸਾਇੰਸ ਦੇ ਵਿੱਚ, ਇਹ ਆਪਣੀ ਰਿਵੀਜ਼ਨ ਵੀ ਹੋ ਰਹੀ ਹੈ ਨਾਲ ਦੇ ਨਾਲ। ਲੋ ਟੈਂਪਰੇਚਰ ਅਤੇ ਹਾਈ ਟੈਂਪਰੇਚਰ। ਲੋ ਟੈਂਪਰੇਚਰ ਐਂਡ ਹਾਈ ਟੈਂਪਰੇਚਰ ਨੂੰ ਕਿਹਦੇ ਨਾਲ ਮੈਜ਼ਰ ਕੀਤਾ ਜਾਂਦਾ? ਆਪਾਂ ਨੂੰ ਇੰਸਟਰੂਮੈਂਟ 'ਤੇ ਕੁਐਸਚਨ ਆਉਂਦੇ, ਮੈਨੂੰ ਮੈਜ਼ਰ ਕਿਹਦੇ ਨਾਲ ਕੀਤਾ ਜਾਂਦਾ? ਤਾਂ ਲੋ ਟੈਂਪਰੇਚਰ ਨੂੰ ਮੈਜ਼ਰ ਕੀਤਾ ਜਾਂਦਾ ਥਰਮੋਮੀਟਰ, ਐਂਡ ਹਾਈ ਟੈਂਪਰੇਚਰ ਨੂੰ ਮੈਜ਼ਰ ਕਰਦੇ ਆ ਪਾਇਰੋਮੀਟਰ। ਵੈਰੀ ਇੰਪੋਰਟੈਂਟ। ਤਾਂ ਵੈਸੇ ਵੀ ਤੁਸੀਂ ਯਾਦ ਰੱਖਣਾ, ਜਿੱਥੇ ਵਰਡ ਥਰਮੋ ਆ ਗਿਆ, ਪਾਇਰੋ ਹੋ ਗਿਆ, ਉਹਦਾ ਮੀਨਿੰਗ, ਉਹਦਾ ਜਿਹੜਾ ਲਿੰਕ ਹੈ ਹਮੇਸ਼ਾ ਟੈਂਪਰੇਚਰ ਦੇ ਨਾਲ ਹੀ ਕਰਨਾ। ਥਰਮੋਮੀਟਰ ਦੇ ਵਿੱਚ ਕੁਐਸਚਨ ਹੋਰ ਆਊਗਾ ਜੀ, ਕਿਹੜਾ ਸਬਸਟਾਂਸ ਯੂਜ਼ ਹੁੰਦਾ, ਕਿਹੜਾ ਐਲੀਮੈਂਟ ਯੂਜ਼ ਹੁੰਦਾ? ਉਹ ਹੁੰਦਾ ਜੀ ਮਰਕਰੀ, ਹੈ ਨਾ। ਅਤੇ ਮਰਕਰੀ ਦਾ ਆਪਾਂ ਸਿੰਬਲ ਵੀ ਯਾਦ ਕੀਤਾ ਸੀ। ਮਰਕਰੀ ਦਾ ਸਿੰਬਲ ਕੀ ਹੈ? HG। ਅਤੇ ਮਰਕਰੀ ਨੂੰ ਹੋਰ ਕੀ ਬੋਲਿਆ ਜਾਂਦਾ? ਮਰਕਰੀ ਨੂੰ ਕੁਇਕ ਸਿਲਵਰ ਵੀ ਬੋਲਿਆ ਜਾਂਦਾ। ਕੁਇਕ ਸਿਲਵਰ, ਇਹ ਯਾਦ ਰੱਖਣਾ। ਠੀਕ ਹੈ, ਸਾਰੇ ਮੋਸਟ ਇੰਪੋਰਟੈਂਟ ਸਿਰਾ ਕੁਐਸਚਨ ਹੈ ਇਹ, ਜ਼ਰੂਰ ਯਾਦ ਰੱਖਣਾ ਥਰਮੋਮੀਟਰ। ਠੀਕ ਹੈ ਜੀ। ਇਹ ਕੁਐਸਚਨ ਆਪਾਂ ਨੂੰ ਹੋਰ ਆ ਸਕਦਾ ਇਸ ਤੋਂ, ਹੈ ਨਾ। ਜਿਵੇਂ ਕਿ ਦੇਖੋ, ਇੱਕ ਕੁਐਸਚਨ ਦੇ ਨਾਲ ਆਪਾਂ ਬਹੁਤ ਸਾਰੀ ਚੀਜ਼ਾਂ ਨੂੰ ਕਰਾਉਂਦੇ। ਇੱਕ ਕੁਐਸਚਨ ਦੇ ਨਾਲ ਮੈਂ ਲਗਭਗ ਤੁਹਾਨੂੰ 5-6 ਕੁਐਸਚਨ ਤਾਂ ਕਰਾ ਹੀ ਦਿੰਦਾ ਹੁੰਦਾ। ਤਾਂ ਇਹ ਕੁਐਸਚਨ ਇਹ ਆ ਸਕਦਾ ਵੀ ਕਿਹੜੇ ਸਕੇਲ ਦੇ ਵਿੱਚ, ਮਤਲਬ ਸੈਲਸੀਅਸ ਅਤੇ ਫਾਰਨਹਾਈਟ ਸਕੇਲ ਕਦੋਂ ਸੇਮ ਹੁੰਦੇ, ਕਿਹੜੇ ਟੈਂਪਰੇਚਰ 'ਤੇ ਸੇਮ ਹੁੰਦੇ? ਤਾਂ -40 ਡਿਗਰੀ ਸੈਲਸੀਅਸ ਦਾ ਜਿਹੜਾ ਟੈਂਪਰੇਚਰ ਹੈ, ਜਾਂ -40 ਡਿਗਰੀ ਫਾਰਨਹਾਈਟ, ਇਹ ਉਹ ਟੈਂਪਰੇਚਰ ਹੈ ਜਿੱਥੇ ਸੈਲਸੀਅਸ ਐਂਡ ਫਾਰਨਹਾਈਟ ਜਿਹੜਾ ਸਕੇਲ ਹੈ ਉਹ ਕੀ ਹੁੰਦੇ ਆ? ਸੇਮ ਹੁੰਦੇ। ਇਹ ਵੀ ਆਪਾਂ ਨੂੰ ਮੋਸਟ ਇੰਪੋਰਟੈਂਟ ਕੁਐਸਚਨ ਐਗਜ਼ਾਮ 'ਚ ਪੁੱਛਿਆ ਜਾਂਦਾ।
-40 डिग्री सैल्सीयस या -40 डिग्री फ़ारेनहाइट ते दोनों स्केल्स सेम टैंपरेचर शो करते। चलो सैकेंड क्वेश्चन है विच ऑफ द फॉलोइंग इज़ एन इंसूलेटर। देखो दो चीज़ां होंदियां, एक होंदे कंडक्टर्स, दूसरे होंदे इंसूलेटर्स। इंसूलेटर वो होंदे विच डू नॉट अलो इलैक्ट्रिसिटी टू पास, डू नॉट अलो ਇਲੈਕਟ੍ਰਿਸਿਟੀ ਟੂ ਪਾਸ ਥਰੂ ਦੈਮ, ਇਹ ਆਪਣੇ ਦੇ ਵਿੱਚੋਂ ਇਲੈਕਟ੍ਰਿਸਿਟੀ ਪਾਸ ਕਰਨ ਨਹੀਂ ਦਿੰਦੇ। ਅਤੇ ਦੂਸਰੇ ਕੀ ਹੁੰਦੇ ਆ ਕੰਡਕਟਰ, ਕੰਡਕਟਰ ਕੀ ਹੁੰਦੇ ਆ ਜੋ ਆਪਣੇ ਦੇ ਵਿੱਚੋਂ ਇਲੈਕਟ੍ਰਿਸਿਟੀ ਨੂੰ ਪਾਸ ਕਰਨ ਦੇ ਦਿੰਦੇ। ਤਾਂ ਅਵੇਲੇਬਲ ਆਪਸ਼ਨਸ ਦੇ ਵਿੱਚੋਂ ਜਿਹੜਾ ਮਾਈਕਾ ਹੈ ਇਹ ਕੀ ਇੱਕ ਇਨਸੂਲੇਟਰ, ਯਾਨੀ ਕਿ ਮਾਈਕਾ ਆਪਣੇ ਵਿੱਚੋਂ ਇਲੈਕਟ੍ਰਿਸਿਟੀ ਨੂੰ ਪਾਸ ਕਰਨ ਨਹੀਂ ਦਿੰਦਾ। ਇਸ ਤੋਂ ਇਲਾਵਾ ਬਾਕੀ ਆਪਸ਼ਨਸ ਦੇਖ ਲੈਂਦੇ ਹਾਂ। ਜੇ ਸਿਲਵਰ 'ਤੇ ਕੁਐਸਚਨ ਆਵੇ, ਦੇਖੋ ਸਿਲਵਰ ਕੀ ਹੈ, ਬੈਸਟ ਕੰਡਕਟਰ ਹੈ। ਸਿਲਵਰ ਦੀ ਬੈਸਟ ਇਲੈਕਟ੍ਰੀਕਲ ਕੰਡਕਟੀਵਿਟੀ ਹੈ, ਬਹੁਤ ਅੱਛੀ ਕੰਡਕਟੀਵਿਟੀ ਹੈ। ਸਿਲਵਰ ਤਾਂ ਜਿਹੜੇ ਆਪਣੇ ਲੈਪਟਾਪਸ ਹੋ ਗਏ, ਕੰਪਿਊਟਰਸ ਹੋ ਗਏ, ਉਹਨਾਂ ਦੇ ਵਿੱਚ ਵੀ ਵਾਇਰਸ ਦੀ ਫੋਰਮ ਦੇ ਵਿੱਚ ਯੂਜ਼ ਹੁੰਦਾ। ਜਿਹੜੇ ਕਾਫੀ ਮਹਿੰਗੇ ਇੰਸਟਰੂਮੈਂਟਸ ਹੁੰਦੇ ਆ, ਸੁਪਰ ਕੰਪਿਊਟਰਸ ਹੁੰਦੇ ਆ, ਉਹਨਾਂ ਦੇ ਵਿੱਚ ਸਪੈਸ਼ਲੀ ਸਿਲਵਰ ਨੂੰ ਐਜ਼ ਏ ਵਾਇਰ ਬਣਾ ਕੇ ਯੂਜ਼ ਕੀਤਾ ਜਾਂਦਾ, ਕਿਉਂਕਿ ਇਹਨਾਂ ਦੀ ਇਲੈਕਟ੍ਰੀਕਲ ਕੰਡਕਟੀਵਿਟੀ ਕਾਫੀ ਅੱਛੀ ਹੁੰਦੀ ਹੈ, ਹੈ ਨਾ। ਸਿਲਵਰ ਦਾ ਆਪਾਂ ਸਿੰਬਲ ਵੀ ਯਾਦ ਰੱਖਣਾ ਹੈ, ਸਿਲਵਰ ਦਾ ਸਿੰਬਲ ਹੈ ਜੀ AG। ਇਹ ਵੀ ਬਹੁਤ ਰਿਸਪੈਕਟ ਨਾਲ ਬੋਲਣਾ ਹੈ AG, ਹੈ ਨਾ। ਤਾਂ ਸਿਲਵਰ ਦਾ ਐਟੋਮਿਕ ਨੰਬਰ ਹੈ ਜੀ 47। ਚਲੋ ਆਇਰਨ, ਆਇਰਨ 'ਤੇ ਕੁਐਸਚਨ ਆਊਗਾ, ਆਇਰਨ ਦਾ ਸਿੰਬਲ ਕੀ ਹੈ Fe। ਆਇਰਨ ਵੀ ਇੱਕ ਬਹੁਤ ਇੰਪੋਰਟੈਂਟ ਕੰਡਕਟਰ ਹੈ, ਸਿੰਬਲ ਆਇਰਨ ਦਾ Fe, ਐਟੋਮਿਕ ਨੰਬਰ ਆਇਰਨ ਦਾ 26। ਚਲੋ ਜੀ ਚਲਦੇ ਥਰਡ ਕੁਐਸਚਨ 'ਤੇ। ਇਫ ਦ ਸਪੀਡ ਆਫ ਐਨ ਆਬਜੈਕਟ ਮੂਵਿੰਗ ਅਲੋਂਗ ਏ ਸਟ੍ਰੇਟ ਲਾਈਨ ਇਜ਼ ਕੌਂਸਟੈਂਟ, ਇਟਸ ਮੋਸ਼ਨ ਇਜ਼ ਸੈਡ ਟੂ ਬੀ। ਤਾਂ ਕਹਿੰਦੇ ਜੇ ਕਿਸੇ ਬੋਡੀ ਦੀ ਸਪੀਡ ਸੇਮ ਹੈ, ਇਹਨੇ ਸਟ੍ਰੇਟ ਲਾਈਨ ਕੰਟੈਕਟ ਸਟ੍ਰੇਟ ਲਾਈਨ 'ਚ ਜਾ ਰਹੀ, ਉਹਦੀ ਸਪੀਡ ਸੇਮ ਹੈ ਹਰ ਇੰਟਰਵਲ ਆਫ ਟਾਈਮ ਦੇ ਵਿੱਚ, ਯਾਨੀ ਕਿ ਇਹਨੂੰ ਆਪਾਂ ਇੱਦਾਂ ਸਮਝਦੇ ਹਾਂ, ਮੰਨ ਲਓ ਇੱਕ ਕਾਰ ਹੈ, ਇੱਕ ਕਾਰ 5 ਕਿਲੋਮੀਟਰ ਦਾ ਡਿਸਟੈਂਸ ਹੈ, ਇਹਨੂੰ ਕਵਰ ਕਰ ਰਹੀ ਹੈ, ਕਿੰਨੇ ਮਿੰਟ ਦੇ ਵਿੱਚ ਕਵਰ ਕਰ ਰਹੀ ਹੈ, 2 ਮਿੰਟ 'ਚ। ਅਗਲਾ ਫੇਰ ਡਿਸਟੈਂਸ 5 ਕਿਲੋਮੀਟਰ ਦਾ ਕਵਰ ਕਰ ਰਹੀ ਹੈ 2 ਮਿੰਟ ਦੇ ਵਿੱਚ, ਅਗਲਾ ਫੇਰ ਡਿਸਟੈਂਸ 5 ਕਿਲੋਮੀਟਰ ਦਾ ਕਵਰ ਕਰ ਰਹੀ ਹੈ 2 ਮਿੰਟ ਦੇ ਵਿੱਚ, ਐਂਡ ਸੋ ਔਨ। ਜੇ ਸੇਮ 5 ਕਿਲੋਮੀਟਰ ਦੇ ਡਿਸਟੈਂਸ 2 ਮਿੰਟ ਦੇ ਵਿੱਚ ਕਵਰ ਹੋ ਰਿਹਾ, ਤੈਨੂੰ ਆਪਾਂ ਬੋਲਦੇ ਉਹਦੀ ਕਿਹੜੀ ਸਪੀਡ ਹੈ, ਯੂਨੀਫਾਰਮ ਸਪੀਡ ਹੈ। ਤਾਂ ਇਹ ਆਪਸ਼ਨ ਇਹਦਾ ਕਰੈਕਟ ਆਨਸਰ ਹੈ ਯੂਨੀਫਾਰਮ ਸਪੀਡ। ਪੀਰੀਓਡਿਕ ਜਾਂ ਫਿਰ ਸਰਕੂਲਰ ਮੋਸ਼ਨ ਕੀ ਹੈ, ਸਰਕੂਲਰ ਮੋਸ਼ਨ ਇਹ ਹੈ ਜਦੋਂ ਕੋਈ ਵੀ ਬੋਡੀ ਸਰਕੂਲਰ ਪਾਥ ਦੇ ਵਿੱਚ ਜਾ ਰਹੀ ਹੈ, ਉਹਨੂੰ ਸਿੰਪਲੀ ਆਪਾਂ ਸਰਕੂਲਰ ਮੋਸ਼ਨ ਬੋਲਦੇ ਨੇ। ਨਾਨ ਯੂਨੀਫਾਰਮ ਮੋਸ਼ਨ ਕੀ ਹੋ ਜਾਊਗਾ, ਜੋ ਯਾਨੀ ਕਿ ਹੁਣ ਆਪਾਂ ਕਿਹਾ ਵੀ 5 ਕਿਲੋਮੀਟਰ 2 ਮਿੰਟ 'ਚ ਜਾ ਰਹੀ ਹੈ, ਉਹਦੇ 'ਚ ਡਿਫਰੈਂਟ ਵੀਰੀ ਕਰੂਗਾ। 5 ਕਿਲੋਮੀਟਰ 2 ਮਿੰਟ 'ਚ, ਦੈਨ ਅਗਲੇ 5 ਕਿਲੋਮੀਟਰ 10 ਮਿੰਟ 'ਚ ਕਵਰ ਹੋਏ, ਦੈਨ ਅਗਲੇ 6 ਕਿਲੋਮੀਟਰ 2 ਮਿੰਟ 'ਚ ਕਵਰ ਹੋਏ, ਇੱਦਾਂ ਮਤਲਬ ਜਦੋਂ ਵੀਰੀ ਹੋ ਰਿਹਾ ਉਹ ਨਾਨ ਯੂਨੀਫਾਰਮ ਹੋ ਜਾਊਗਾ। ਠੀਕ ਹੈ, ਚਲੋ ਚਲਦੇ ਜੀ ਫੋਰਥ ਕੁਐਸਚਨ। ਵਟ ਇਜ਼ ਦ ਨੇਮ ਆਫ ਐਸਿਡ ਇਨ ਐਨ ਆਂਟਸ ਸਟਿੰਗ। ਆਂਟ ਮਤਲਬ ਇੱਕ ਕੀੜੀ ਹੈ, ਸਟਿੰਗ ਮਤਲਬ ਡੰਕ, ਜਿਹੜਾ ਉਹਦਾ ਡੰਕ ਹੁੰਦਾ ਹੈ ਨਾ, ਡੰਕ ਮਾਰਦੇ ਨੇ ਕੀੜੀ ਵਗੈਰਾ, ਤਾਂ ਉਹਦੇ ਵਿੱਚ ਕਹਿੰਦੇ ਕਿਹੜਾ ਐਸਿਡ ਹੁੰਦਾ। ਮੋਸਟ ਇੰਪੋਰਟੈਂਟ ਕੁਐਸਚਨ ਹੈ, C ਆਪਸ਼ਨ ਇਹਦਾ ਕਰੈਕਟ ਆਨਸਰ ਹੈ, ਉਹਦੇ ਵਿੱਚ ਹੁੰਦਾ ਫੋਮਿਕ ਐਸਿਡ, C ਆਪਸ਼ਨ। ਬਾਕੀ ਆਪਸ਼ਨਸ ਵੀ ਦੇਖ ਲੈਂਦੇ ਹਾਂ, ਯਾਦ ਰੱਖਣਾ ਹੈ। ਬਾਕੀ ਆਪਸ਼ਨਸ ਹੈ ਐਸੀਟਿਕ ਐਸਿਡ, ਐਸੀਟਿਕ ਐਸਿਡ ਕੀ ਹੈ ਵਿਨੇਗਰ, ਜੋ ਆਪਾਂ ਨੋਰਮਲੀ ਸਿਰਕਾ ਯੂਜ਼ ਕਰਦੇ ਹਾਂ ਵਿਨੇਗਰ, ਜਿਹਦਾ ਫਾਰਮੂਲਾ ਵੀ ਯਾਦ ਰੱਖਣਾ ਹੈ CH3COOH, ਯਾਦ ਰੱਖਣਾ ਪੁੱਛਿਆ ਜਾਂਦਾ। ਵੀਕ ਐਸਿਡ ਹੈ ਇਹ ਥੋੜ੍ਹਾ, ਐਸੀਟਿਕ ਐਸਿਡ। ਸਿਟਰਿਕ ਐਸਿਡ, ਸਿਟਰਿਕ ਐਸਿਡ ਪ੍ਰੈਜ਼ੈਂਟ ਹੁੰਦਾ ਹੈ ਔਰੇਂਜ, ਲੈਮਨ ਐਂਡ ਸਿਟਰਸ ਫਰੂਟ। ਸਿਟਰਸ ਫਰੂਟ ਯਾਨੀ ਕਿ ਕੋਈ ਵੀ ਖੱਟਾ ਫਰੂਟ ਹੋ ਗਿਆ, ਉਹਦੇ ਵਿੱਚ ਸਿਟਰਿਕ ਐਸਿਡ ਹੁੰਦਾ। ਔਰੇਂਜ ਲੈਮਨ ਦੇ ਵਿੱਚ ਸਪੈਸ਼ਲੀ ਪੁੱਛਿਆ ਜਾਂਦਾ। ਅਤੇ ਜਿਹੜਾ ਲੈਕਟਿਕ ਐਸਿਡ ਹੈ, ਲੈਕਟਿਕ ਐਸਿਡ ਕਾਫੀ ਇੰਪੋਰਟੈਂਟ ਹੈ। ਇਹ ਜਿਹੜਾ ਖੱਟਾ ਮਿਲਕ ਹੁੰਦਾ, ਸੌਰ ਮਿਲਕ, ਮਿਲਕ ਜਦੋਂ ਖੱਟਾ ਹੋ ਜਾਂਦਾ ਹੈ, ਜਾਂ ਫਿਰ ਜਿਹੜੀ ਆਪਾਂ ਦਹੀਂ ਖਾਂਦੇ ਹਾਂ ਯੋਗਟ, ਉਹਦੇ ਵਿੱਚ ਪ੍ਰੈਜ਼ੈਂਟ ਹੁੰਦਾ ਲੈਕਟਿਕ ਐਸਿਡ। ਲੈਕਟਿਕ ਐਸਿਡ ਜੇ ਆਪਣੀ ਬੋਡੀ 'ਚ ਜ਼ਿਆਦਾ ਹੋ ਜੇ, ਇਹ ਕੀ ਕਰਦਾ, ਮਸਲ ਪੇਨ ਨੂੰ ਕ੍ਰੀਏਟ ਕਰ ਦਿੰਦਾ। ਇਹ ਵੀ ਕੁਐਸਚਨ ਐਗਜ਼ਾਮ ਦੇ ਵਿੱਚ ਬਹੁਤ ਵਾਰੀ ਆਇਆ, ਬਾਇਓ ਦੇ ਵਿੱਚ ਤੁਹਾਨੂੰ ਸਾਇੰਸ ਕੁਐਸਚਨ ਆਊਗਾ। ਮਸਲ ਪੇਨ, ਜਦੋਂ ਆਪਣੀ ਬੋਡੀ ਦੇ ਮਸਲ, ਜਦੋਂ ਆਪਾਂ ਦੇਖਿਆ ਹੋਊਗਾ ਨਾ ਬਹੁਤ ਜ਼ਿਆਦਾ ਰਨਿੰਗ ਕਰ ਲੈਂਦੇ, ਐਕਸਰਸਾਈਜ਼ ਕਰ ਲੈਂਦੇ, ਤਾਂ ਕੀ ਹੁੰਦਾ ਨੈਕਸਟ ਡੇ ਆਪਾਂ ਉੱਠਦੇ ਆਪਣੀ ਬੋਡੀ ਮਸਲਸ ਦੇ ਵਿੱਚ ਬਹੁਤ ਜ਼ਿਆਦਾ ਪੇਨ ਹੁੰਦਾ ਹੈ ਨਾ। ਕਿਉਂ ਹੁੰਦਾ, ਬਿਕੋਜ਼ ਉਹ ਲੈਕਟਿਕ ਐਸਿਡ ਜਮ੍ਹਾਂ ਹੋ ਜਾਂਦਾ। ਅਤੇ ਇੱਕ ਆਪਾਂ ਨੂੰ ਕੁਐਸਚਨ ਆਊਗਾ ਜੀ ਪਿਓਰਿਟੀ ਆਫ ਮਿਲਕ 'ਤੇ। ਪਿਓਰਿਟੀ ਆਫ ਮਿਲਕ, ਮਿਲਕ ਦੀ ਪਿਓਰਿਟੀ ਨੂੰ ਕਿਵੇਂ ਮੈਜ਼ਰ ਕੀਤਾ ਜਾਂਦਾ, ਉਹਦੇ ਲਈ ਇੱਕ ਇੰਸਟਰੂਮੈਂਟ ਹੈ, ਉਹਦਾ ਨਾਮ ਯਾਦ ਰੱਖਣਾ ਹੈ ਲੈਕਟੋਮੀਟਰ। ਤਾਂ ਇੱਕ ਚੀਜ਼ ਤੁਸੀਂ ਯਾਦ ਰੱਖਣੀ ਹੈ, ਮਿਲਕ ਨਾਲ ਕੋਈ ਵੀ ਕੁਐਸਚਨ ਆਊਗਾ ਉਹਦਾ ਵਰਡ ਅੱਗੇ ਲੱਗੇ ਉਹ ਲੈਕਟੋ, ਜਿਵੇਂ ਕਿ ਆਪਾਂ ਹੁਣੇ ਲੈਕਟਿਕ ਐਸਿਡ ਕੀਤਾ ਹੈ, ਸੌਰ ਮਿਲਕ, ਯੋਗਟ ਹੋ ਗਿਆ, ਹੈ ਨਾ। ਲੈਕਟੋਮੀਟਰ ਇੱਕ ਇੰਸਟਰੂਮੈਂਟ ਹੈ ਜੋ ਮੈਜ਼ਰ ਕਰਦਾ ਹੈ ਪਿਓਰਿਟੀ ਆਫ ਮਿਲਕ, ਮਿਲਕ ਦੀ ਸ਼ੁੱਧਤਾ ਨੂੰ ਮਾਪਦਾ ਹੈ। ਨੈਕਸਟ ਚੱਲਦੇ ਫਿਫਥ ਕੁਐਸਚਨ 'ਤੇ। ਵਟ ਇਜ਼ ਦ ਰਿਐਕਸ਼ਨ ਬਿਟਵੀਨ ਐਨ ਐਸਿਡ ਐਂਡ ਬੇਸ ਕੋਲਡ। ਦੇਖੋ ਦੋ ਤਰ੍ਹਾਂ ਦੇ ਸਬਸਟੈਂਸਿਸ ਹੁੰਦੇ ਆ, ਇੱਕ ਐਸਿਡ ਹੁੰਦਾ, ਦੂਸਰੇ ਬੇਸ ਹੁੰਦੇ, ਹੈ ਨਾ। ਨੋਰਮਲੀ ਆਪਾਂ ਡੇਲੀ ਲਾਈਫ 'ਚ ਸੁਣਦੇ ਹੀ ਹਾਂ। ਤਾਂ ਜਦੋਂ ਕੀ ਹੁੰਦਾ ਐਸਿਡ ਐਂਡ ਬੇਸ ਰਿਐਕਟ ਕਰਦੇ ਆ, ਤਾਂ ਕੀ ਬਣਦਾ ਹਮੇਸ਼ਾ, ਸੌਲਟ ਬਣਦਾ ਪਲੱਸ ਵਾਟਰ ਬਣਦਾ, ਸੌਲਟ ਪਲੱਸ ਵਾਟਰ। ਹੁਣ ਆਪਾਂ ਇੱਕ ਸਿੰਪਲੀ ਇੱਕ ਐਸਿਡ ਲੈ ਲੈਂਦੇ ਹਾਂ, ਐਸਿਡ ਕੀ ਹੈ, ਹਾਈਡਰੋਕਲੋਰਿਕ ਐਸਿਡ ਹੈ, ਸੁਣਿਆ ਹੋਊਗਾ ਇਹਨੂੰ, ਗੈਸਟ੍ਰਿਕ ਜੂਸ ਵੀ ਕਹਿੰਦੇ ਆ, ਬਾਇਓ 'ਚ ਕੁਐਸਚਨ ਆਉਂਦਾ, ਆਪਣੇ ਪੇਟ ਦੇ ਵਿੱਚ ਪ੍ਰੈਜ਼ੈਂਟ ਹੁੰਦਾ HCl। ਬੇਸ ਲੈ ਲੈਂਦੇ ਇੱਕ NaOH, ਸਿੰਪਲ ਬੇਸ ਹੈ, ਸੋਡੀਅਮ ਹਾਈਡਰੋਕਸਾਈਡ। ਹੁਣ ਜਦੋਂ ਇਹਨਾਂ ਦੀ ਰਿਐਕਸ਼ਨ ਹੋਊਗੀ ਤਾਂ ਕੀ ਹੋਊਗਾ, ਦੇਖੋ
ਆ ਚੀਜ਼ ਅਲੱਗ ਹੋ ਚੁੱਕੀ। ਆ ਚੀਜ਼ ਕੀ ਹੈ NaCl, ਤੇ NaCl ਆਪਾਂ ਨੂੰ ਪਤਾ ਹੀ ਹੈ ਕੀ ਹੁੰਦਾ ਸੌਲਟ। ਬਚਿਆ ਕੀ OH ਤੇ H ਮਿਲ ਕੇ ਕੀ ਬਣੂਗਾ ਵਾਟਰ H2। ਇਹਨੂੰ ਆਪਾਂ ਬੋਲਦੇ ਜੀ ਨਿਊਟਰਲਾਈਜੇਸ਼ਨ ਰਿਐਕਸ਼ਨ। ਦੇਖੋ ਪਾਣੀ ਨਿਕਲ ਗਿਆ ਹੈ ਨਾ, ਪਾਣੀ ਬਣ ਗਿਆ ਤੇ ਸੌਲਟ ਬਣ ਗਿਆ, ਇਹਨੂੰ ਨਿਊਟਰਲਾਈਜੇਸ਼ਨ ਰਿਐਕਸ਼ਨ ਬੋਲਿਆ ਜਾਂਦਾ। ਤਾਂ ਜਦੋਂ ਵੀ ਐਸਿਡ ਤੇ ਬੇਸ ਰਿਐਕਟ ਕਰਦੇ ਇਹਨੂੰ ਨਿਊਟਰਲਾਈਜੇਸ਼ਨ ਰਿਐਕਸ਼ਨ ਬੋਲਿਆ ਜਾਂਦਾ। ਇਹ ਰਿਐਕਸ਼ਨ ਤੁਸੀਂ ਯਾਦ ਰੱਖ ਲੈਣੀ ਹੈ, ਕਾਫੀ ਇੰਪੋਰਟੈਂਟ ਰਿਐਕਸ਼ਨ ਹੈ ਇਹ, ਠੀਕ ਹੈ। ਤੇ ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ। ਅਗਲੀ ਆਪਸ਼ਨ ਦੇਖਦੇ ਜਿਵੇਂ ਸਬਲੀਮੇਸ਼ਨ, ਵੈਰੀ ਇੰਪੋਰਟੈਂਟ। ਸਬਲੀਮੇਸ਼ਨ ਦੇ ਕੁਐਸਚਨ ਕੀ ਹੋਊਗਾ, ਦੇਖੋ ਨੋਰਮਲੀ ਆਪਾਂ ਕੀ ਦੇਖਿਆ ਜਿਹੜੇ ਵੀ ਸੋਲਿਡਸ ਹੁੰਦੇ ਆ ਉਹ ਕਿਹਦੇ ਵਿੱਚ ਚੇਂਜ ਹੋ ਜਾਂਦੇ, ਸਭ ਤੋਂ ਪਹਿਲਾਂ ਲਿਕੁਇਡ ਦੇ ਵਿੱਚ, ਦੈਨ ਉਹ ਲਿਕੁਇਡ ਹੈ ਉਹਦੇ ਵਿੱਚ ਬਾਅਦ 'ਚ ਕਿਹਦੇ ਚੇਂਜ ਹੋ ਜਾਂਦਾ ਗੈਸ ਦੇ ਵਿੱਚ। ਨੋਰਮਲੀ ਆਪਾਂ ਆਈਸ ਦੀ ਐਗਜ਼ਾਮਪਲ ਲੈਂਦੇ ਹਾਂ। ਆਈਸ ਹੈ ਜਿਹੜੀ ਉਹ ਪਹਿਲਾਂ ਕੀ ਬਣਦੀ ਹੈ ਵਾਟਰ, ਵਾਟਰ ਤੋਂ ਬਾਅਦ ਕੀ ਬਣਦੇ ਆ ਵਾਟਰ ਵੇਪਰਸ, ਯਾਨੀ ਕਿ ਸਟੀਮ ਬਣ ਜਾਂਦੀ ਹੈ ਨਾ, ਜਿਹਨੂੰ ਆਪਾਂ ਗਰਮ ਕਰੀਏ। ਪਰ ਇੱਕ ਕੰਡੀਸ਼ਨ ਆਪਾਂ ਲੈ ਕੇ ਚੱਲਦੇ ਹਾਂ, ਜਦੋਂ ਕੋਈ ਵੀ ਸੋਲਿਡ ਡਾਇਰੈਕਟਲੀ ਕਿਹਦੇ ਵਿੱਚ ਚੇਂਜ ਹੋ ਜਾਂਦਾ ਗੈਸ ਦੇ ਵਿੱਚ, ਤਾਂ ਉਹਨੂੰ ਕੀ ਬੋਲਿਆ ਜਾਂਦਾ, ਉਹਨੂੰ ਬੋਲਦੇ ਸਬਲੀਮੇਸ਼ਨ, ਠੀਕ ਹੈ। ਇਹਦੀ ਐਗਜ਼ਾਮਪਲ ਹੈ ਜਿਵੇਂ ਆਪਾਂ ਘਰਾਂ ਦੇ ਵਿੱਚ ਕਪੂਰ ਵਗੈਰਾ ਬਾਲਦੇ ਹੈ ਨਾ, ਕੈਂਫਰ, ਕਪੂਰ ਕੀ ਹੁੰਦਾ ਸੋਲਿਡ, ਜਦੋਂ ਬਲਦਾ ਤਾਂ ਉਹ ਗੈਸ ਬਣ ਜਾਂਦੀ ਸਿੰਪਲੀ, ਉਹ ਸਬਲੀਮੇਸ਼ਨ ਰਿਐਕਸ਼ਨ ਹੈ। ਕਪੂਰ ਹੋ ਗਿਆ, ਨੈਪਥਲੀਨ ਬॉल्स ਹੋ ਗਿਆ, ਇਹ ਸਾਰੀ ਚੀਜ਼ਾਂ ਸ਼ੋ ਕਰਦੀਆਂ ਸਬਲੀਮੇਸ਼ਨ ਰਿਐਕਸ਼ਨ। 6th ਕੁਐਸਚਨ ਹੈ ਵਾਈ ਡਜ਼ ਏ ਬਲੈਕ ਬੋਰਡ ਅਪੀਅਰਸ ਬਲੈਕ ਇਨ ਕਲਰ। ਜਿਹੜਾ ਬਲੈਕ ਬੋਰਡ ਨੋਰਮਲੀ ਆਪਣੇ ਕਲਾਸਰੂਮ 'ਚ ਦੇਖਦੇ ਹਾਂ ਨਾ, ਕੋਈ ਵੀ ਬਲੈਕ ਚੀਜ਼ ਹੈ, ਬਲੈਕ ਕਲੋਥਸ ਹੈ ਨਾ, ਕੋਈ ਵੀ ਚੀਜ਼, ਕਹਿੰਦੇ ਕੋਈ ਵੀ ਚੀਜ਼ ਬਲੈਕ ਕਿਉਂ ਹੁੰਦੀ ਹੈ, ਬਿਕੋਜ਼ ਇਟ ਐਬਜ਼ੋਰਬਸ ਆਲ ਦਾ ਕਲਰ, ਉਹ ਸਾਰੇ ਕਲਰ ਨੂੰ ਐਬਜ਼ੋਰਬ ਕਰ ਲੈਂਦੇ। ਸਿੰਪਲੀ ਤੁਸੀਂ ਦੇਖੋ ਦੋ ਕਨਸੈਪਟ ਯਾਦ ਰੱਖਣੇ ਹੈ। ਕੋਈ ਵੀ ਚੀਜ਼ ਬਲੈਕ ਕਿਉਂ ਹੁੰਦੀ ਹੈ, ਬਿਕੋਜ਼ ਉਹ ਸਾਰੇ ਕਲਰ ਨੂੰ, ਆਲ ਕਲਰ ਨੂੰ ਕੀ ਕਰ ਲੈਂਦੀ ਹੈ ਐਬਜ਼ੋਰਬ ਕਰ ਲੈਂਦੀ ਹੈ। ਇੱਕ ਕੁਐਸਚਨ ਆਊਗਾ ਕੋਈ ਵੀ ਚੀਜ਼ ਵਾਈਟ ਕਿਉਂ ਹੁੰਦੀ ਹੈ, ਬਿਕੋਜ਼ ਉਹ ਸਾਰੇ ਕਲਰਸ ਨੂੰ, ਆਲ ਕਲਰ ਨੂੰ ਕੀ ਕਰ ਦਿੰਦੀ ਹੈ ਰਿਫਲੈਕਟ ਕਰ ਦਿੰਦੀ ਹੈ, ਵੈਰੀ ਇੰਪੋਰਟੈਂਟ। ਤਾਂ ਕੋਈ ਸਬਸਟੈਂਸ ਵਾਈਟ ਕਿਉਂ ਹੈ, ਬਿਕੋਜ਼ ਉਹ ਸਾਰੀ ਚੀਜ਼ਾਂ ਨੂੰ, ਸਾਰੀ ਲਾਈਟ ਰੇਜ਼ ਨੂੰ ਰਿਫਲੈਕਟ ਕਰ ਰਿਹਾ। ਕੋਈ ਚੀਜ਼ ਬਲੈਕ ਕਿਉਂ ਹੈ, ਬਿਕੋਜ਼ ਉਹ ਆਲ ਲਾਈਟ ਰੇਜ਼ ਨੂੰ ਐਬਜ਼ੋਰਬ ਕਰ ਰਹੀ। ਹੁਣ ਆਪਾਂ ਕਹਾਂਗੇ ਬਾਕੀ ਕਲਰਸ, ਬਾਕੀ ਕਲਰ ਜਿਵੇਂ ਕਿ ਰੈੱਡ ਹੈ, ਬਲੂ, ਗ੍ਰੀਨ, ਯੈਲੋ ਹੈ ਨਾ, ਕੁਛ ਵੀ ਔਰੇਂਜ, ਵਾਇਲਟ। ਤਾਂ ਕੋਈ ਵੀ ਸਬਸਟੈਂਸ ਰੈੱਡ ਕਿਉਂ ਹੈ, ਜਾਂ ਕੋਈ ਵੀ ਸਬਸਟੈਂਸ ਯੈਲੋ ਕਿਉਂ ਹੈ, ਬਿਕੋਜ਼ ਉਹ ਰੈੱਡ ਤਾਂ ਹੈ ਬਿਕੋਜ਼ ਉਹ ਰੈੱਡ ਨੂੰ ਕੀ ਕਰ ਰਿਹਾ ਰਿਫਲੈਕਟ ਕਰ ਰਿਹਾ। ਕੋਈ ਵੀ ਚੀਜ਼ ਯੈਲੋ ਤਾਂ ਹੈ ਬਿਕੋਜ਼ ਉਹ ਯੈਲੋ ਨੂੰ ਕੀ ਕਰ ਰਹੀ ਹੈ ਰਿਫਲੈਕਟ ਕਰ ਰਹੀ ਹੈ, ਠੀਕ ਹੈ। ਤਾਂ ਯਾਦ ਰੱਖ, ਮਤਲਬ ਕਿਸੇ ਵੀ ਚੀਜ਼ ਦਾ ਕਲਰ ਉਹ ਹੁੰਦਾ ਜਿਹੜਾ ਉਹ ਕਲਰ ਰਿਫਲੈਕਟ ਕਰ ਰਿਹਾ। ਤਾਂ ਸਾਇੰਸ ਦੀ ਭਾਸ਼ਾ ਦੇ ਵਿੱਚ ਆਪਾਂ ਯਾਦ ਰੱਖਣਾ, ਹਰ ਸਬਜੈਕਟ ਦੀ ਦੇਖੋ ਇੱਕ ਭਾਸ਼ਾ ਹੁੰਦੀ ਹੈ ਨਾ, ਤਾਂ ਉਸੇ ਲੈਂਗੁਏਜ ਦੇ ਵਿੱਚ ਆਪਾਂ ਸਬਜੈਕਟ ਨੂੰ ਕਵਰ ਕਰਦੇ ਹਾਂ। ਪੋਲਿਟੀ ਦੀ ਅਲੱਗ ਲੈਂਗੁਏਜ ਹੈ, ਹਿਸਟਰੀ ਦੀ ਅਲੱਗ ਲੈਂਗੁਏਜ ਹੈ, ਸਾਇੰਸ ਦੀ ਅਲੱਗ ਲੈਂਗੁਏਜ ਹੈ ਨਾ। ਤਾਂ ਇਹ ਸਾਰੀਆਂ ਚੀਜ਼ਾਂ ਆਪਣੇ ਆਸ-ਪਾਸ ਘੁੰਮ ਰਹੀਆਂ ਹਨ, ਇਹ ਜ਼ਰੂਰ ਆਪਾਂ ਯਾਦ ਰੱਖਣੇ। ਦੇਖੋ ਡੇਲੀ ਲਾਈਫ ਤੋਂ ਹੀ ਕੁਐਸਚਨਸ ਆਪਾਂ ਨੂੰ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਸਾਇੰਸ ਦੇ। ਚਲੋ ਚੱਲਦੇ ਜੀ 7th ਕੁਐਸਚਨ ਤੇ। 7th ਕੁਐਸਚਨ ਦੇਖੋ, ਫਸਟ ਵੂਮਨ ਕੌਸਮੋਨੌਟ ਇਨ ਸਪੇਸ। ਪਹਿਲੀ ਵੂਮਨ, ਦੇਖੋ ਜਿੱਥੇ ਵਰਡ ਪਹਿਲੀ ਵੂਮਨ ਆ ਗਿਆ ਨਾ, ਇਹ ਤਾਂ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਕਾਫੀ ਇੰਪੋਰਟੈਂਟ ਹੈ ਜੀ। ਇੰਡੀਆ 'ਚ ਵੈਸੇ ਵੀ ਰਿਵਾਜ਼ ਹੈ ਲੇਡੀਜ਼ ਫਸਟ, ਤਾਂ ਕੋਈ ਵੀ ਕੁਐਸਚਨ ਜੇ ਆਊਗਾ ਤਾਂ ਲੇਡੀਜ਼ ਫਸਟ 'ਤੇ ਪੁੱਛਿਆ ਜਾਊਗਾ। ਤਾਂ ਫਸਟ ਵੂਮਨ ਕੌਸਮੋਨੌਟ ਇਨ ਸਪੇਸ, ਪਹਿਲੀ ਮਹਿਲਾ ਪੂਰੀ ਦੁਨੀਆ ਦੇ ਵਿੱਚ ਜੋ ਪਹਿਲੀ ਵਾਰ ਸਪੇਸ ਦੇ ਵਿੱਚ ਗਏ, ਉਹਨਾਂ ਦਾ ਕੀ ਨਾਮ ਸੀ? ਇਹ ਆਪਸ਼ਨ ਕਰੈਕਟ ਆਨਸਰ ਹੈ ਵੈਲੈਂਟੀਨਾ ਵਲਾਦੀਮੀਰੋਵਨਾ ਟੈਰੇਸ਼ਕੋਵਾ। ਵੈਲੈਂਟੀਨਾ ਟੈਰੇਸ਼ਕੋਵਾ ਸਿੰਪਲੀ ਤੁਸੀਂ ਯਾਦ ਰੱਖ ਸਕਦੇ ਹੋ, ਠੀਕ ਹੈ। ਕਿਹੜੀ ਕੰਟਰੀ ਤੋਂ ਸੀ ਇਹ ਵੀ ਆਪਾਂ ਯਾਦ ਰੱਖਣਾ, ਪੁੱਛਿਆ ਜਾਂਦਾ ਐਗਜ਼ਾਮ 'ਚ ਕੁਐਸਚਨ। ਰਸ਼ੀਆ, ਜੋ ਕਿ ਦੁਨੀਆ ਦੀ ਸਭ ਤੋਂ ਲਾਰਜੈਸਟ ਕੰਟਰੀ ਹੈ ਏਰੀਆ ਵਾਈਜ਼, ਵਰਲਡ ਲਾਰਜੈਸਟ ਕੰਟਰੀ ਅਕੋਰਡਿੰਗ ਟੂ ਏਰੀਆ ਰਸ਼ੀਆ। ਅਤੇ ਰਸ਼ੀਆ ਦੀ ਕੈਪੀਟਲ ਕੀ ਹੈ ਜੀ? ਮਾਸਕੋ। ਮਾਸਕੋ ਇਜ਼ ਦਾ ਕੈਪੀਟਲ ਆਫ ਰਸ਼ੀਆ। ਕਦੋਂ ਗਏ ਸੀ ਇਹ? 1963 ਦੇ ਵਿੱਚ। ਸਪੇਸ ਮਿਸ਼ਨ ਦਾ ਨਾਮ ਕੀ ਸੀ? ਉਹਦਾ ਨਾਮ ਸੀ ਵੋਸਟੋਕ 6। ਕਿੰਨੇ ਦਿਨ ਲਗਾਏ ਸੀ ਇਹਨਾਂ ਨੇ? 3 ਦਿਨ, 3 ਡੇਜ਼, 3 ਦਿਨ ਲਗਾਏ ਸੀ ਇਹਨਾਂ ਨੇ ਸਪੇਸ ਦੇ ਵਿੱਚ, ਠੀਕ ਹੈ। ਚਲੋ ਬਾਕੀ ਆਪਸ਼ਨਸ ਨੂੰ ਦੇਖਦੇ ਹਾਂ। ਕਲਪਨਾ ਚਾਵਲਾ, ਕਲਪਨਾ ਚਾਵਲਾ 'ਤੇ ਕੀ ਕੁਐਸਚਨ ਆਊਗਾ? ਫਸਟ ਇੰਡੀਅਨ ਵੂਮਨ ਟੂ ਗੋ ਇਨ ਟੂ ਸਪੇਸ। ਪਹਿਲੀ इंडियन ऑरिजिन कह सकते हैं, इंडियन ऑरिजिन वूमेन टू गो इनटू स्पेस, वो कौन सी? कल्पना चावला। कल्पना चावला तो हरियाणा के क्वेश्चन आता है, करनाल के रहने वाले से, काफ़ी इंपॉर्टेंट क्वेश्चन है, हरियाणा के करनाल के रहने वाले से, ठीक है। अच्छा जे अपन क्वेश्चन आ गया फर्स्ट इंडियन मेल टू गो इनटू स्पेस, फर्स्ट इंडियन मेल है ना, आप फीमेल की गल तो कर ही ली, मेल भी जरूर याद रखना है। फर्स्ट इंडियन मेल टू गो टू स्पेस या टू ट्रैवल इन स्पेस, उन्हें स्पेस ट्रैवल भी किया, इसका नाम है जी राकेश शर्मा। राकेश शर्मा, वेरी इंपॉर्टेंट। तो फर्स्ट इंडियन मेल टू गो इनटू स्पेस राकेश शर्मा, ठीक है जी। सारे इंपॉर्टेंट चीज़ें ये जरूर याद रखनी है, नाल दे नाल रिवाइज भी कर रहे हो, नाल दे नाल इनू नोट भी करते रहो। 8th क्वेश्चन है, विच ऑफ द फॉलोइंग इज इंडियाज़ हाईएस्ट सिविलियन अवार्ड। इंडिया का सब तो हाईएस्ट सिविलियन अवार्ड है जी, अपन पता ही है जी, भारत रत्ना। भारत रत्ना वेरी इंपॉर्टेंट। कदों इंस्टीट्यूट किया गया सी भारत रत्ना? 1954 ਦੇ ਵਿੱਚ। सब तो पहला किनू मिलिया सी? सर्वपल्ली राधा कृष्णन एंड सी राजगोपालाचार्य एंड सी वी रमन।
ਸਭ ਤੋਂ ਪਹਿਲਾਂ ਇਹਨਾਂ ਨੂੰ ਮਿਲਿਆ ਸੀ। ਹਾਲੇ ਤੱਕ ਟੋਟਲ ਕਿੰਨੇ ਪਰਸਨਸ ਨੂੰ ਮਿਲ ਚੁੱਕਿਆ? ਇਹਦਾ ਆਨਸਰ ਹੈ ਜੀ 48। ਹਾਲੇ ਤੱਕ ਟੋਟਲ 48 ਲੋਕਾਂ ਨੂੰ ਇਹ ਮਿਲ ਚੁੱਕਿਆ। ਲਾਸਟ 2019 'ਚ ਮਿਲਿਆ ਸੀਗਾ। ਭਾਰਤ ਰਤਨਾ ਇੰਡੀਆ ਦਾ ਸਭ ਤੋਂ ਹਾਈਐਸਟ ਅਵਾਰਡ ਹੈ। ਇਹਦੀ ਜਿਹੜੀ ਸ਼ੇਪ ਹੁੰਦੀ ਹੈ ਉਹ ਕੀ ਹੁੰਦੀ ਹੈ? ਪੀਪਲ ਦਾ ਪੱਤਾ ਹੁੰਦੀ ਹੈ, ਲੀਫ, ਜਿਵੇਂ ਪੀਪਲ ਦਾ ਲੀਫ ਹੁੰਦਾ ਉਹਦੇ ਵਰਗੇ ਦੀ ਸ਼ੇਪ ਹੁੰਦੀ ਹੈ। ਠੀਕ ਹੈ, ਇਹ ਯਾਦ ਰੱਖਣਾ। ਬਾਕੀ ਆਪਾਂ ਨੂੰ ਕੁਐਸਚਨ ਆ ਸਕਦਾ ਹੈ ਪਦਮ ਵਿਭੂਸ਼ਣ ਕੀ ਹੈ? ਇੰਡੀਆ ਦਾ ਸੈਕਿੰਡ ਹਾਈਐਸਟ ਸਿਵਲੀਅਨ ਅਵਾਰਡ, ਵੈਰੀ ਇੰਪੋਰਟੈਂਟ। ਸੈਕਿੰਡ ਹਾਈਐਸਟ ਸਿਵਲੀਅਨ ਅਵਾਰਡ ਹੈ ਪਦਮ ਵਿਭੂਸ਼ਣ। ਪਦਮ ਭੂਸ਼ਣ ਹੈ ਥਰਡ ਹਾਈਐਸਟ ਸਿਵਲੀਅਨ ਅਵਾਰਡ। ਅਤੇ ਜੇ ਫੋਰਥ ਹਾਈਐਸਟ ਪੁੱਛ ਲੈਣ ਉਹਦਾ ਨਾਮ ਹੈ ਜੀ ਪਦਮ ਸ਼੍ਰੀ। ਤਾਂ ਤੁਸੀਂ 4 ਯਾਦ ਰੱਖਣੇ ਸਿਵਲੀਅਨ ਅਵਾਰਡਸ ਹੈ। ਦੇਖੋ ਭਾਰਤ ਰਤਨਾ ਫਸਟ ਹਾਈਐਸਟ, ਫਿਰ ਪਦਮ ਵਿਭੂਸ਼ਣ, ਫਿਰ ਪਦਮ ਭੂਸ਼ਣ, ਫਿਰ ਪਦਮ ਸ਼੍ਰੀ। ਵਿਭੂਸ਼ਣ ਦੇ ਸਪੈਲਿੰਗ ਜ਼ਿਆਦਾ ਹੈ, ਭੂਸ਼ਣ ਤੋਂ ਬਾਅਦ ਭੂਸ਼ਣ ਸਪੈਲਿੰਗ ਘੱਟ ਹੈ, ਉਸ ਤੋਂ ਬਾਅਦ ਸ਼੍ਰੀ ਹੋਰ ਘੱਟ ਹੈ। ਠੀਕ ਹੈ, ਇੱਦਾਂ ਵੀ ਯਾਦ ਰੱਖ ਸਕਦੇ ਹੋ। ਵੈਸੇ ਵੀ ਸਪੈਲਿੰਗਸ ਘੱਟ ਰਹੇ, ਉਵੇਂ ਇਹਨਾਂ ਦਾ ਰੈਂਕ ਵੀ ਘੱਟ ਰਿਹਾ। ਠੀਕ ਹੈ, ਬਾਕੀ ਪਰਮਵੀਰ ਚੱਕਰ ਇਹ ਆਪਣਾ ਇੰਡੀਆ ਦਾ ਗੈਲੈਂਟਰੀ ਅਵਾਰਡ ਹੈ। ਗੈਲੈਂਟਰੀ ਅਵਾਰਡ ਦਾ ਮਤਲਬ ਇਹ ਹੁੰਦਾ ਹੈ ਸ਼ੂਰਵੀਰਤਾ ਪੁਰਸਕਾਰ, ਹੈ ਨਾ, ਬਹਾਦਰੀ ਪੁਰਸਕਾਰ। ਤਾਂ ਹਾਈਐਸਟ ਇੰਡੀਆ ਦਾ ਹਾਈਐਸਟ ਗੈਲੈਂਟਰੀ ਅਵਾਰਡ ਹੈ, ਫਸਟ ਹਾਈਐਸਟ ਗੈਲੈਂਟਰੀ ਅਵਾਰਡ ਹੈ ਪਰਮਵੀਰ ਚੱਕਰ, ਵੈਰੀ ਇੰਪੋਰਟੈਂਟ। ਸ਼ੂਰਵੀਰਤਾ ਪੁਰਸਕਾਰ, ਬਹਾਦਰੀ ਪੁਰਸਕਾਰ ਹੈ ਐਨੀਮੀ ਦੇ ਸਾਹਮਣੇ। ਠੀਕ ਹੈ, 9th ਕੁਐਸਚਨ ਹੈ ਜੀ ਵਿਚ ਆਫ ਦਾ ਫੋਲੋਇੰਗ ਇਜ਼ ਦਾ ਥਰਡ ਹਾਈਐਸਟ। ਹੁਣੀ ਆਪਾਂ ਕੁਐਸਚਨ ਕਰਕੇ ਆਏ ਹਾਂ ਥਰਡ ਹਾਈਐਸਟ ਕਿਹੜਾ ਹੋ ਜੂਗਾ ਇਹਨਾਂ ਚੋਂ? ਪਦਮ ਭੂਸ਼ਣ। ਹਾਈਐਸਟ ਕਿਹੜਾ ਸੀ? ਭਾਰਤ ਰਤਨਾ। ਸੈਕਿੰਡ ਹਾਈਐਸਟ ਕਿਹੜਾ ਹੈ? ਪਦਮ ਵਿਭੂਸ਼ਣ। ਥਰਡ ਹਾਈਐਸਟ ਪਦਮ ਭੂਸ਼ਣ। ਫੋਰਥ ਹਾਈਐਸਟ ਪਦਮ ਸ਼੍ਰੀ। ਅਤੇ ਪਰਮਵੀਰ ਚੱਕਰ ਕੀ ਇੰਡੀਆ ਦਾ ਹਾਈਐਸਟ ਗੈਲੈਂਟਰੀ ਅਵਾਰਡ, ਹਾਈਐਸਟ ਗੈਲੈਂਟਰੀ ਅਵਾਰਡ। ਗੈਲੈਂਟਰੀ ਮਤਲਬ ਸ਼ੂਰਵੀਰਤਾ ਬਹਾਦੁਰੀ ਪੁਰਸਕਾਰ। ਚਲਦੇ ਜੀ ਆਪਣੇ 10th ਕੁਐਸਚਨ 'ਤੇ। ਵਟ ਇਜ਼ ਦਾ ਕੈਪੀਟਲ ਆਫ ਆਸਟ੍ਰੇਲੀਆ? ਵੈਰੀ ਇੰਪੋਰਟੈਂਟ। ਆਸਟ੍ਰੇਲੀਆ ਦੀ ਕੈਪੀਟਲ ਦੱਸਣੀ ਹੈ। ਆਸਟ੍ਰੇਲੀਆ ਦੀ ਕੈਪੀਟਲ ਹੈ ਜੀ ਏ ਆਪਸ਼ਨ ਕੈਨਬੇਰਾ। ਤਾਂ ਜਿਹੜੀ ਵੀ ਸਾਰੀ ਇੰਪੋਰਟੈਂਟ ਕੰਟਰੀਜ਼ ਹੈ ਸਾਰੇ ਦੀ ਕੈਪੀਟਲ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ। ਆਸਟ੍ਰੇਲੀਆ ਦੀ ਕੈਪੀਟਲ ਹੈ ਕੈਨਬੇਰਾ। ਹੋਰ ਕੀ ਕੁਐਸਚਨ ਆਪਾਂ ਨੂੰ ਬਣ ਸਕਦਾ? ਦੇਖੋ ਬਹੁਤ ਕੁਐਸਚਨ ਬਣਦੇ ਆ। ਆਸਟ੍ਰੇਲੀਆ ਨੂੰ ਹੋਰ ਕੀ ਬੋਲਿਆ ਜਾਂਦਾ ਹੈ? ਲੈਂਡ ਆਫ ਕੰਗਾਰੂਜ਼, ਲੈਂਡ ਆਫ ਕੰਗਾਰੂਜ਼ ਬੋਲਿਆ ਜਾਂਦਾ ਹੈ। ਦੂਸਰੇ ਨੂੰ ਬੋਲਦੇ ਲੈਂਡ ਆਫ ਗੋਲਡਨ ਫਲੀਸ, ਲੈਂਡ ਆਫ ਗੋਲਡਨ ਫਲੀਸ, ਵੈਰੀ ਇੰਪੋਰਟੈਂਟ। ਠੀਕ ਹੈ, ਇਹ ਕੁਐਸਚਨ ਆਪਾਂ ਨੂੰ ਹੋਰ ਬਣੂਗਾ। ਕੁਐਸਚਨ ਕੀ ਹੈ ਦੇਖੋ ਧਿਆਨ ਨਾਲ ਦੇਖਣਾ। ਫਸਟ ਕੰਟਰੀ ਟੂ ਇਸ਼ੂ ਪਲਾਸਟਿਕ ਕਰੰਸੀ ਕਿਹੜੀ ਸੀ? ਇਹ ਤੁਹਾਡੇ ਲਈ ਕੁਐਸਚਨ। ਫਸਟ ਕੰਟਰੀ ਕਿਹੜੀ ਸੀ ਜਿਹਨੇ ਪਲਾਸਟਿਕ ਦੀ ਕਰੰਸੀ ਸ਼ੁਰੂ ਕੀਤੀ? ਇਹਦਾ ਆਨਸਰ ਵੀ ਕੀ ਹੈ ਜੀ? ਆਸਟ੍ਰੇਲੀਆ, ਵੈਰੀ ਇੰਪੋਰਟੈਂਟ। ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਹੈ ਆਸਟ੍ਰੇਲੀਆ। ਤਾਂ ਪਹਿਲੀ ਕੰਟਰੀ ਹੈ ਜਿਨ੍ਹਾਂ ਨੇ ਪਲਾਸਟਿਕ ਦੀ ਕਰੰਸੀ ਸ਼ੁਰੂ ਕੀਤੀ। ਅੱਛਾ ਜੇ ਇੱਧਰ ਆ ਜਾਏ ਵੀ ਪੇਪਰ ਕਰੰਸੀ, ਪਹਿਲੀ ਕੰਟਰੀ ਕਿਹੜੀ ਹੈ ਜਿਹਨੇ ਪੇਪਰ ਕਾਗਜ਼ ਦੀ ਸ਼ੁਰੂ ਕੀਤੀ? ਉਹ ਕਿਹੜੀ ਹੈ? ਚਾਈਨਾ। ਠੀਕ ਹੈ, ਤਾਂ ਪੇਪਰ ਕਰੰਸੀ 'ਤੇ ਆਪਾਂ ਚਾਈਨਾ ਕਹਿਣਾ, ਪਲਾਸਟਿਕ ਕਰੰਸੀ 'ਤੇ ਆਪਾਂ ਆਸਟ੍ਰੇਲੀਆ ਕਹਿਣਾ। ਕੈਪੀਟਲ ਆਸਟ੍ਰੇਲੀਆ ਦੀ ਕੈਨਬਰਾ। ਆਸਟ੍ਰੇਲੀਆ ਨੂੰ ਹੋਰ ਕੀ ਬੋਲਿਆ ਜਾਂਦਾ ਹੈ? ਆਸਟ੍ਰੇਲੀਆ ਨੂੰ ਆਈਲੈਂਡ ਕੌਂਟੀਨੈਂਟ ਵੀ ਬੋਲਿਆ ਜਾਂਦਾ, ਕਿਉਂਕਿ ਕੌਂਟੀਨੈਂਟ ਵੀ ਇੱਕ ਅਤੇ ਆਈਲੈਂਡ ਵੀ ਹੈ, ਤਾਂ ਆਈਲੈਂਡ ਕੌਂਟੀਨੈਂਟ ਵੀ ਬੋਲਿਆ ਜਾਂਦਾ ਹੈ ਆਸਟ੍ਰੇਲੀਆ ਨੂੰ। ਦੇਖੋ ਸਾਰੀ ਮੋਸਟ ਇੰਪੋਰਟੈਂਟ ਚੀਜ਼ਾਂ ਯਾਦ ਰੱਖਣੀਆਂ। ਓਟਾਵਾ ਕਿਹਦੀ ਕੈਪੀਟਲ ਹੈ? ਓਟਾਵਾ ਹੈ ਜੀ ਕੈਨੇਡਾ ਦੀ, ਕੈਨੇਡਾ ਦੀ, ਕੈਨੇਡਾ ਦੀ ਕੈਪੀਟਲ ਹੈ ਓਟਾਵਾ। ਟੋਕਿਓ ਕਿਹਦੀ ਕੈਪੀਟਲ ਹੈ? ਜਾਪਾਨ, ਜਾਪਾਨ ਦੀ ਕੈਪੀਟਲ ਹੈ ਟੋਕਿਓ। ਮੈਡਰਿਡ ਕਿਹਦੀ ਕੈਪੀਟਲ ਹੈ? ਸਪੇਨ, ਸਪੇਨ ਜਿਹੜੀ ਕੰਟਰੀ, ਸਪੇਨ ਦੀ ਕੈਪੀਟਲ ਹੈ ਮੈਡਰਿਡ। ਟੋਕਿਓ 'ਤੇ ਆਪਾਂ ਕੁਐਸਚਨ ਹੋਰ ਯਾਦ ਕੀਤਾ ਸੀ ਵੀ ਟੋਕਿਓ ਕਿਹੜੀ ਨਦੀ ਦੇ ਕਿਨਾਰੇ ਹੈ? ਨਦੀ ਦਾ ਨਾਮ ਹੈ ਜੀ ਅਰਾਕਾਵਾ ਰਿਵਰ। ਇਹਨੂੰ ਆਪਾਂ ਕਿਵੇਂ ਯਾਦ ਕੀਤਾ ਸੀ ਵੀ ਕਊਆ ਕੀ ਹੈ? ਟੋਕ ਰਿਹਾ, ਹੈ ਨਾ, ਕਊਆ ਟੋਕਦਾ ਨਾ ਕਾਂ ਕਾਂ ਕਰਕੇ। ਤਾਂ ਅਰਾਕਾਵਾ ਰਿਵਰ ਨਦੀ ਦੇ ਕਿਨਾਰੇ ਹੈ ਟੋਕਿਓ। ਠੀਕ ਹੈ, ਇਹ ਸਾਰੇ ਇੰਪੋਰਟੈਂਟ ਕੁਐਸਚਨ ਸੀ। ਤਾਂ ਆਈ ਹੋਪ ਤੁਹਾਨੂੰ ਇਹ ਕੁਐਸਚਨਸ ਸਮਝ ਆਏ ਹੋਣਗੇ। ਇਹਨਾਂ ਕੁਐਸਚਨਸ ਨੂੰ ਤੁਸੀਂ ਹੁਣ ਚੰਗੇ ਤਰੀਕੇ ਨਾਲ ਯਾਦ ਕਰ ਲੈਣਾ, ਰਿਵਾਈਜ਼ ਕਰ ਲੈਣਾ, ਹੈ ਨਾ। ਤਾਂ ਬੈਸਟ ਤਰੀਕੇ ਨਾਲ ਆਪਣੀ ਰਿਵੀਜ਼ਨ ਹੁਣ ਸਟਾਰਟ ਕਰ ਦਿਓ। ਆਉਣ ਵਾਲੇ ਹੁਣ ਕੁਝ ਮਹੀਨੇ ਤੁਹਾਡੇ ਐਗਜ਼ਾਮਸ ਦੀ ਹੋਣਗੇ, ਤਾਂ ਆਪਣੀ ਅੱਛੀ ਸਟੱਡੀ ਕਰੋ। ਤਾਂ ਅੱਜ ਲਈ ਇੰਨਾ ਹੀ। ਥੈਂਕ ਯੂ, ਬੈਸਟ ਆਫ ਲੱਕ। ਮਿਲਦੇ ਆਪਣੇ ਨੈਕਸਟ ਪਾਰਟ ਦੇ ਵਿੱਚ।